ਕੈਨੇਡਾ ਜਿਹੜਾ ਹੁਣ ਤਕਰੀਬਨ ਨੰਬਰ 1 ਤੇ ਪਹੁੰਚ ਗਿਆ ਆਪਣੀ ਵੈਕਸੀਨੇਸ਼ਨ ਤੇ। ਕੈਨੇਡਾ ਨੇ ਕੱਲ ਆਪਣਾ ਉਹਨਾਂ ਨੇ ਅਨਾਉਂਸ ਕੀਤਾ ਵੀ ਯੂਐਸਏ ਵਾਲੇ ਆ ਸਕਦੇ ਨੇ, ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਆਪਾਂ ਉਧਰ ਕਿਉਂ ਨਹੀਂ ਜਾ ਸਕਦੇ। 12 ਸਾਲ ਤੋਂ ਜਿਹੜੇ ਥੱਲੇ ਨੇ ਉਹ ਨਾਲ ਆ ਸਕਦੇ, ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਪੈਣਾ, ਪਰ ਜਿਹੜੇ 12 ਸਾਲ ਤੋਂ ਉੱਪਰ ਨੇ ਉਹਨਾਂ ਵਾਸਤੇ ਇੰਜੈਕਸ਼ਨ ਜਿਹੜੇ ਨੇ ਲਾਉਣੇ ਪੈਣੇ ਨੇ। ਇਹਦਾ ਜਿਹੜਾ ਵੈਕਸੀਨੇਸ਼ਨ ਹੈ ਇਹ ਕਿੰਨੀ ਦੇਰ ਤੱਕ ਇਫੈਕਟਿਵ ਹੁੰਦਾ, ਇਹਦੀ ਜਿਹੜੀ ਇਮਿਊਨਿਟੀ ਹੈ ਉਹਦਾ ਲੈਵਲ ਕਿਸੇ ਨੂੰ ਪਤਾ ਨਹੀਂ। ਬੋਡੀ ਦੇ ਵਿੱਚ ਐਂਟੀਬਾਡੀਜ਼ ਵਧਾਉਣ ਵਾਸਤੇ ਉਹ ਆਪਾਂ ਵੈਕਸੀਨੇਸ਼ਨ ਦੇ ਰਹੇ ਹਾਂ, ਪਰ ਇਹਦੇ ਵਾਸਤੇ ਜਿਹੜਾ ਬੂਸਟਰ ਡੋਜ਼ ਦੇਣੀ ਅਜੇ ਕੋਈ ਮੇਨ ਕੋਈ ਫੈਸਲਾ ਨਹੀਂ ਹੋਇਆ ਸਾਇੰਸ ਵੱਲੋਂ। तो ਜਿਹੜਾ ਬੂਸਟਰ ਡੋਜ਼ ਵਾਲੇ ਜਿੰਨੀ ਦੇਰ ਤੱਕ ਗਵਰਨਮੈਂਟ ਆਫ ਕੈਨੇਡਾ ਵਾਲੇ, ਹੈਲਥ ਕੈਨੇਡਾ ਵਾਲੇ, ਪ੍ਰੋਵਿੰਸ ਆਫ BC ਵਾਲੇ, ਹੈਲਥ ਅਥਾਰਟੀ ਵਾਲੇ ਨਹੀਂ ਅਨਾਉਂਸ ਕਰਦੇ, ਆਪਾਂ ਨੂੰ ਕੈਫੇ ਨਹੀਂ ਲਾਣੇ ਚਾਹੀਦੇ, ਕਿਉਂਕਿ ਇਹ ਗੱਲ ਠੀਕ ਨਹੀਂ। ਜਿਹੜੀ ਮਿਸ ਇਨਫੋਰਮੇਸ਼ਨ ਇਸ ਟਾਈਮ ਤੇ ਦੇਣੀ ਬੜੀ ਖਤਰਨਾਕ ਹੈ। WHO ਦੀ ਤਾਂ ਆਪਾਂ ਕੀ ਗੱਲ ਕਰਨੀ ਹੈ, ਉਹਨਾਂ ਦਾ ਕਈ ਵਾਰੀ ਉਹ ਆਪ ਵੀ ਨਹੀਂ ਕਈ ਵਾਰੀ ਬਹੁਤੇ ਕਲੀਅਰ ਹੁੰਦੇ, ਜਿੰਨੀ ਦੇਰ ਨੂੰ ਕਈ ਵਾਰੀ ਉਹਨਾਂ ਨੇ ਕਲੈਰਿਟੀ ਪੇਸ਼ ਕਰਨੀ ਹੈ, ਕਈ ਵਾਰੀ ਟਾਈਮ ਜਿਹੜਾ ਨਾ ਬਹੁਤ ਲੇਟ ਹੋ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਓਬਵੀਅਸਲੀ ਹੈਲਥ ਇਜ਼ ਵੈਲਥ। ਸਾਨੂੰ ਆਪਣੀ ਹੈਲਥ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਸਾਨੂੰ ਫੂਡ ਕੀ ਖਾ ਰਹੇ ਹਾਂ, ਅਸੀਂ ਕੀ ਕੰਮ ਕਰ ਰਹੇ ਹੈਗੇ ਹਾਂ, ਅਸੀਂ ਐਕਸਰਸਾਈਜ਼ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਸਰੀਰ ਦਾ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਤੇ ਉਸ ਤੋਂ ਬਾਅਦ ਸਾਰੇ ਕੰਮ ਆਉਂਦੇ ਆ। ਤੇ ਹੁਣ COVID-19 ਕਰਕੇ ਸਭ ਤੋਂ ਜ਼ਿਆਦਾ ਸਿਹਤ ਦੀ ਦੇਖਭਾਲ ਹੋ ਰਹੀ ਹੈ। ਹੁਣ ਸ਼ਾਟਸ ਲੱਗ ਰਹੇ ਨੇ। ਕੈਨੇਡਾ ਕਿਸ ਸਥਿਤੀ ਦੇ ਵਿੱਚ ਹੈ, ਕਿਉਂਕਿ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵੱਲੋਂ ਤਾਂ ਬਾਰਡਰ ਖੋਲ੍ਹ ਦਿੱਤੇ ਜਾਣੇ ਆ 7 ਅਗਸਤ ਨੂੰ ਕਿਹਾ ਜਾ ਰਿਹਾ, ਤੇ ਫਿਰ ਸੈਪਟੈਂਬਰ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਖੋਲ੍ਹਣ ਦੀ ਵੀ ਗੱਲ ਕੀਤੀ ਜਾ ਰਹੀ ਹੈ, ਪਰ ਅਮਰੀਕਾ ਦੇ ਵੱਲੋਂ ਅਜੇ ਵੀ ਢਿੱਲ ਕੀਤੀ ਜਾ ਰਹੀ ਹੈ। ਹੁਣ ਜਦੋਂ ਦੋਨੇ ਸ਼ਾਟ ਲੱਗ ਗਏ ਆ ਤਾਂ ਤੀਜੇ ਸ਼ਾਟ ਦੀ ਵੀ ਗੱਲ ਹੋ ਰਹੀ ਹੈ। ਬੂਸਟਰ ਟੀਕਾ ਲੱਗਣਾ ਉਹ ਫਾਈਜ਼ਰ ਵਾਲਿਆਂ ਦੇ ਲੱਗਣਾ, ਜਾਂ ਜਿਨ੍ਹਾਂ ਨੂੰ ਜਿਹੜੀਆਂ ਵੀ ਡੋਜ਼ਿਸ ਲੱਗਣੀਆਂ ਉਹਨਾਂ ਨੂੰ ਲੱਗਣਾ, ਕੀ ਮੋਡਰਨਾ ਐਸਟਰਾਜੈਨਕਾ ਵਾਲਿਆਂ ਨੂੰ ਵੀ ਬੂਸਟਰ ਸ਼ਾਟ ਦੀ ਲੋੜ ਹੈਗੀ ਹੈ। ਸੋ ਬਹੁਤ ਸਾਰੇ ਸਵਾਲ ਅਜੇ ਵੀ ਹੈਗੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੋਕ ਫਿਕਰਮੰਦ ਨੇ ਬੱਚਿਆਂ ਨੂੰ ਲੈ ਕੇ, ਕਿ ਬੱਚਿਆਂ ਦੇ ਆਖਿਰ ਕਦੋਂ ਡੋਜ਼ਿਸ ਲੱਗਣੀਆਂ ਨੇ। ਇੱਕ ਪਾਸੇ ਤਾਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਸੈਪਟੈਂਬਰ ਤੱਕ ਬੱਚਿਆਂ ਨੂੰ ਵੀ ਡੋਜ਼ਿਸ ਲੱਗ ਦਿੱਤੀਆਂ ਜਾਣਗੀਆਂ, ਪਰ ਕੀ ਸੈਪਟੈਂਬਰ ਤੱਕ ਜਿਹੜੇ ਛੋਟੇ ਬੱਚੇ ਨੇ ਜਾਂ ਟੋਡਲਰਸ ਹੈਗੇ ਨੇ ਉਸ ਤੋਂ ਲੈ ਕੇ 12 ਸਾਲ ਦੇ ਬੱਚਿਆਂ ਨੂੰ ਵੀ ਡੋਜ਼ਿਸ ਲੱਗਣੀਆਂ ਸ਼ੁਰੂ ਹੋਣਗੀਆਂ। ਡੈਲਟਾ ਵੇਰੀਐਂਟ ਕਿਸ ਤਰ੍ਹਾਂ ਆਪਣਾ ਪ੍ਰਭਾਵ ਦਿਖਾ ਰਿਹਾ। ਅਸੀਂ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਇੰਗਲੈਂਡ ਦੀ ਗੱਲ ਕਰਦੇ ਹਾਂ, ਉੱਥੇ ਇੱਕ ਵਾਰ ਫਿਰ ਤੋਂ ਲਾਕਡਾਊਨ ਲਗਾਉਣ ਦੀ ਨੌਬਤ ਆ ਗਈ ਸੀ ਤੇ ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਫਿਰ ਤੋਂ ਕੁਆਰੰਟੀਨ ਦੇ ਵਿੱਚ ਜਾਣਾ ਪਿਆ। ਕੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ, ਕਿਉਂਕਿ ਹੁਣ ਉੱਥੇ ਠੰਡ ਦਾ ਮੌਸਮ ਹੈ ਤੇ ਦੂਜੇ ਦੇਸ਼ਾਂ ਦੇ ਵਿੱਚ ਜਿਹੜਾ ਗਰਮੀਆਂ ਦਾ ਮੌਸਮ ਹੈ। ਕੀ ਹਰੇਕ ਫਲੂ ਦੀ ਤਰ੍ਹਾਂ ਹਰ ਸਾਲ ਹਰ ਸੀਜ਼ਨ ਦੇ ਵਿੱਚ ਸਾਨੂੰ ਇਹ ਕੋਵਿਡ ਦਾ ਵੀ ਸਾਹਮਣਾ ਕਰਨਾ ਪਵੇਗਾ? ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦੇ ਵਿਚਕਾਰ ਅੱਜ ਗੱਲਬਾਤ ਕਰਾਂਗੇ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਹਾਂਜੀ, ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੀ ਜਗ੍ਹਾ ਤੇ ਵਾਚ ਕਰਦੇ ਪਏ ਨੇ ਉਹਨਾਂ ਨੂੰ ਗੁੱਡ ਡੇ ਔਰ ਗੁੱਡ ਆਫਟਰਨੂਨ ਔਰ ਗੁੱਡ ਈਵਨਿੰਗ, ਪਤਾ ਨਹੀਂ ਵੀ ਕਿੱਥੇ ਕਿਸ ਟਾਈਮ ਤੇ ਆਪਣਾ ਪ੍ਰੋਗਰਾਮ ਚੱਲਦਾ ਪਿਆ। ਸੋ ਸਾਰਿਆਂ ਨੂੰ ਮਿਲ ਕੇ ਮੈਨੂੰ ਜਾਪਦਾ ਵੀ, ਕਿਉਂਕਿ ਪਿਛਲੇ 3-4 ਹਫ਼ਤੇ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਮੈਂ ਕੁਝ ਬਿਜ਼ੀ ਸੀ, ਉਹਦੇ ਕਈ ਕੰਮਾਂ ਕਰਕੇ ਮੈਂ ਨਹੀਂ ਆ ਸਕਿਆ। ਪਰ ਆਈ ਥਿੰਕ COVID-19 ਦੀ ਜਿਹੜੀ ਕਹਾਣੀ ਹੈ ਮੈਂ ਦੁਬਾਰਾ ਰਿਪੀਟ ਕਰਨੀ ਇੱਕ ਵਾਰੀ, ਕਿਉਂਕਿ ਨਵੰਬਰ 'ਚ ਸ਼ੁਰੂ ਹੋਇਆ ਸੀ 2019 ਦੇ ਵਿੱਚ ਕੈਨੇਡਾ 'ਚ, ਜਿਸ ਹਿਸਾਬ ਨਾਲ ਆਇਆ 20 ਦੇ ਵਿੱਚ, ਹੁਣ ਤੇ 21 ਦਾ ਤਕਰੀਬਨ ਅਖੀਰਲਾ ਹਿੱਸਾ ਆਉਣ ਵਾਲਾ। ਅਗਸਤ ਆਪਾਂ ਪਹੁੰਚਣ ਲੱਗੇ ਹਾਂ, ਪਰ ਇਹਦੀ ਜਿਹੜੀ ਹੈ ਨਾ, ਇਹਦੀ ਕਹਾਣੀ ਬਦਲੀ ਹੈ, ਇਹਦੀ ਸਟੋਰੀ ਬਦਲਦੀ ਰਹੀ। ਇਹਦੀ ਵੈਕਸੀਨੇਸ਼ਨ, ਪਹਿਲਾਂ ਇਹਦੀ ਇਨਫੈਕਸ਼ਨ ਦੀ ਗੱਲ ਹੋਈ, ਫਿਰ ਇਸ ਤੋਂ ਬਾਅਦ ਕੈਨੇਡਾ ਵਿੱਚ ਫੈਲ ਗਿਆ, ਕਿਉਂ ਫੈਲਿਆ, ਲੋਕਾਂ ਨੇ ਕਿੰਤੂ ਪਰੰਤੂ ਕੀਤਾ। ਫਿਰ ਉਸ ਟਾਈਮ ਦੇ ਵਿੱਚ ਦੁਨੀਆ WHO ਤੇ ਲੋਕਾਂ ਦਾ ਕੁਐਸਚਨਸ ਆਏ, ਉਸ ਤੋਂ ਬਾਅਦ ਬਾਕੀ ਸਰਕਾਰਾਂ ਦੇ ਕੁਐਸਚਨ ਆਏ, ਫਿਰ ਉਸ ਤੋਂ ਬਾਅਦ ਇਹ ਸਾਰਾ ਚੱਕਰ ਚੱਲਦਾ ਰਿਹਾ, ਕਿਉਂਕਿ ਕਿਸੇ ਦੀ ਤਿਆਰੀ ਕੋਈ ਨਹੀਂ ਸੀ। ਪੈਂਡੈਮਿਕ ਦੀ ਤਿਆਰੀ ਕਿਸੇ ਵਾਸਤੇ ਨਹੀਂ ਸੀ, ਕਿਉਂਕਿ ਕਿਸੇ ਨੇ ਐਕਸਪੈਕਟ ਨਹੀਂ ਸੀ ਕੀਤਾ ਵੀ ਐਡਾ ਵੱਡਾ ਜਿਹੜਾ ਡਿਜ਼ਾਸਟਰ ਇਹ ਬਣੇਗਾ ਸਾਰਾ। COVID-19 ਦੁਨੀਆ ਨੂੰ ਇਹਨੇ ਸ਼ਟ ਡਾਊਨ ਕਰਕੇ ਰੱਖ ਦਿੱਤਾ ਸੀ ਇੱਕ ਟਾਈਮ ਤੇ। ਸੋ ਇਸ ਟਾਈਮ ਦੇ ਵਿੱਚ ਪਿਛਲੇ ਕੋਈ 19 ਮਹੀਨਿਆਂ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਕੀਤੇ ਨੇ ਉਹ ਅਸੀਂ ਕੀਤੇ ਨੇ
ਤੱਥਾਂ ਦੇ ਆਧਾਰਿਤ ਸਾਇੰਸ ਬੇਸਡ ਪ੍ਰੋਗਰਾਮ ਨੇ। ਉਸ ਪ੍ਰੋਗਰਾਮ ਜੋ ਵੀ ਡੇਲੀ ਐਕਟੀਵਿਟੀ ਹੁੰਦੀ ਉਹਨੂੰ ਕੰਪੈਕਟ ਕਰਕੇ ਪ੍ਰੋਗਰਾਮ 'ਚ ਪੇਸ਼ ਕਰਨੇ ਆ। ਸਾਂਝਾ ਟੀਵੀ ਦੀ ਮੈਨੇਜਮੈਂਟ ਕਮੇਟੀ ਨੇ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਕਿਹਾ ਸੀ ਵੀ ਆਪਾਂ ਨੇ ਮੇਨਟੇਨ ਕਰਨਾ। ਸੋ ਉਹਦੀ ਲੜੀ ਦੇ ਵਿੱਚ ਅੱਜ ਇੱਕ ਨੈਕਸਟ ਪ੍ਰੋਗਰਾਮ ਹੈ ਜਿਹੜਾ ਅਸੀਂ ਦੇ ਰਹੇ ਹਾਂ। ਇਹਦੇ ਬਾਰੇ ਮੈਂ ਗੱਲ ਕਰਨੀ ਹੈ ਵੀ ਕੈਨੇਡਾ ਜਿਹੜਾ ਹੁਣ ਤਕਰੀਬਨ ਨੰਬਰ 1 ਤੇ ਪਹੁੰਚ ਗਿਆ ਆਪਣੀ ਵੈਕਸੀਨੇਸ਼ਨ ਤੇ। ਸੈਕੰਡ ਡੋਜ਼ ਜਿਹੜੀ ਹੈ ਨਾ ਉਹ ਅਸੀਂ ਤਕਰੀਬਨ 50% ਤੋਂ ਉੱਪਰ ਹੈ। BC ਵਿੱਚ ਤੇ ਮੇਰੇ ਖਿਆਲ 'ਚ ਇਸ ਤੋਂ ਵੀ ਜ਼ਿਆਦਾ, ਕਿਉਂਕਿ BC ਤੇ ontario ਦਾ ਕੰਪੀਟੀਸ਼ਨ ਚੱਲਦਾ ਪਿਆ। ਕਿੰਨੇ ਜਾ ਕੇ ਪਹਿਲਾਂ ਗੱਲ ਕਰਨੀ ਹੈ, ਪਰ ਮੈਂ ਸਮਝਦਾ ਵੀ ਕਾਫੀ ਜ਼ਿਆਦਾ ਇਹਦੀ ਰੋਕਥਾਮ ਹੋਈ ਹੈ। ਕੇਸਿਸ ਘਟੇ ਨੇ, ਨੰਬਰ ਘਟੇ ਨੇ, ICU ਦੇ ਵਿੱਚ ਬੈੱਡ ਜਿਹੜੇ ਆ ਉਹਦੀ ਆਕੂਪੈਂਸੀ ਘਟੀ ਹੈ ਲੋਕਾਂ ਦੀ। ਸੋ ਸਾਰਾ ਜਿਹੜਾ ਓਵਰਆਲ ਵੈਕਸੀਨੇਸ਼ਨ ਦੀ ਗੱਲ ਦੇਖੀਏ ਤੇ ਇਨਫੈਕਸ਼ਨ ਨੂੰ ਮਿਲਾ ਕੇ ਇੱਕ ਤਰ੍ਹਾਂ ਦੀ ਇੱਕ ਹਰਡ ਇਮਿਊਨਿਟੀ ਜਿਹੜੀ ਕਿ ਬੜੀ ਜ਼ਰੂਰੀ ਹੈ ਕਿ ਜਿਹਦੇ ਨਾਲ ਕਿ ਕੰਟਰੋਲ ਹੋ ਸਕਦਾ, ਉਸ ਸਟੇਜ ਤੇ ਪਹੁੰਚਿਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਇਹ ਬਹੁਤ ਚੰਗੀ ਹੈ। ਕੈਨੇਡਾ ਨੇ ਕੱਲ ਆਪਣਾ ਉਹਨਾਂ ਨੇ ਅਨਾਉਂਸ ਕੀਤਾ ਵੀ USA ਵਾਲੇ ਆ ਸਕਦੇ ਨੇ, ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਆਪਾਂ ਉਹ ਉਧਰ ਕਿਉਂ ਨਹੀਂ ਜਾ ਸਕਦੇ। ਉਹ ਫਿਰ ਜਿਨ੍ਹਾਂ ਨੇ ਇਹਦੇ ਪਿੱਛੇ ਜੋ ਵੀ ਫੈਸਲੇ ਹੋਣੇ ਨੇ ਸਾਹਮਣੇ ਆਉਣਗੇ। ਪਰ ਆਪਣਾ ਜਿਹੜਾ ਬਾਰਡਰ ਹੈ ਜਿਹੜਾ ਨਾਲ ਹੈ ਆਪਣਾ ਵਾਸ਼ਿੰਗਟਨ ਦੇ ਨਾਲ ਹੈ ਤੇ ਲੋਕੀ ਬੜੇ ਉਤਾਵਲੇ ਨੇ ਖੁੱਲ੍ਹਣ ਵਾਸਤੇ, ਕਿਉਂਕਿ ਜਿਹੜੇ ਵੀ ਉੱਥੇ ਆਪਣੇ ਟਰੱਕ ਡਰਾਈਵਰ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਰਾ ਕੁਝ ਉੱਥੇ ਆਲਰੇਡੀ ਖੁੱਲ੍ਹਾ ਪਿਆ ਤੇ ਲੋਕਾਂ ਦੀ ਉੱਥੇ ਵੈਕਸੀਨੇਸ਼ਨ ਵੀ ਜਿਨ੍ਹਾਂ ਨੂੰ ਇੱਥੇ ਨਹੀਂ ਲੱਗਾ ਉਹਨਾਂ ਨੂੰ ਵੀ ਮਿਲ ਸਕਦੇ ਨੇ। ਸੋ ਓਵਰਆਲ ਜਿਹੜਾ ਨਾ ਵੈਕਸੀਨੇਸ਼ਨ ਦੀ ਤਾਂ ਸਟੋਰੀ ਬੜੀ ਚੰਗੀ ਹੈ ਤੇ ਦੁਨੀਆ ਵਿੱਚ ਵੀ ਚੰਗੀ ਹੈ। ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਹੁਣ ਰੋਕਥਾਮ ਹੈਗੀ ਹੈ। ਸੋ ਗੱਲ ਕਰਾਂਗੇ ਸਾਰੀਆਂ ਚੀਜ਼ਾਂ ਬਾਰੇ, ਪਰ ਜਿਹੜਾ ਮੇਨ ਜਿਹੜੀ ਗੱਲ ਹੈ ਵੀ ਜਿਹੜਾ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਫੈਡਰਲ ਗਵਰਨਮੈਂਟ ਨੇ ਨੰਬਰ 1 ਕੰਮ ਕੀਤਾ ਤੇ ਜਿਹੜੀ ਸਾਡੀ ਪ੍ਰੋਵਿੰਸ ਦੀ ਗਵਰਨਮੈਂਟ ਇਹਨਾਂ ਨੇ ਨੰਬਰ 1 ਕੰਮ ਕਰਕੇ ਤੇ ਇਸ ਚੀਜ਼ ਨੂੰ ਕੰਟਰੋਲ ਕਰਕੇ, ਖਾਸ ਕਰਕੇ ਜਿਹੜਾ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰਾ ਉਹਦੇ ਤੇ ਪਹਿਲਾਂ ਸਵਾਲ ਆਉਂਦੇ ਸੀ ਕਈ ਤਰ੍ਹਾਂ ਦੇ, ਕਿੰਤੂ ਪਰੰਤੂ ਆਏ, ਆਵਾਜਾਈ ਬਾਰੇ ਆਏ, ਲੋਕਾਂ ਦੇ ਆਉਣ ਬਾਰੇ ਆਏ, ਕਿਉਂਕਿ ਜਦੋਂ ਵੀ ਕੋਈ ਕਮਿਊਨਿਟੀ ਹੁੰਦੀ ਹੈ ਉੱਭਰ ਕੇ ਆ ਰਹੀ ਹੁੰਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਗੱਲ ਜ਼ਰੂਰ ਹੁੰਦੀ ਹੈ, ਪਰ ਆਪਾਂ ਉਹਨੂੰ ਪੋਜ਼ਿਟਿਵ ਕ੍ਰਿਟਿਸਿਜ਼ਮ ਬਾਰੇ ਲੋਕਾਂ ਨੇ ਸੋਚ ਕੇ ਲਿਆ। ਇਹ ਨਹੀਂ ਲੋਕਾਂ ਨੇ ਕਿਹਾ ਵੀ ਜੇ ਸਾਡੇ ਮਗਰ ਪਏ ਨੇ। ਸੋ ਆਈ ਥਿੰਕ ਉਹ ਜਿਹੜਾ ਸੀ ਨਾ ਉਹ ਵੀ ਇੱਕ ਕਿਸਮ ਦੀ ਬੜੀ ਕਮਿਊਨਿਟੀ ਦੀ ਬੜੀ ਮੈਚਿਓਰਿਟੀ ਹੁਣ ਹੋ ਗਈ ਹੈ ਕਿ ਇਸ ਸਟੇਜ ਤੇ ਪਹੁੰਚ ਗਏ ਹਾਂ ਅਸੀਂ ਇਸ਼ੂ ਨਾਲ ਡੀਲ ਕਰਨੇ ਆ। ਉਹਨੂੰ ਰੇਸ ਬੇਸ ਨੂੰ ਅਸੀਂ ਕਲਰ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਨਾ ਹੀ ਸਾਨੂੰ ਕਰਨੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਰਹਿ ਕੇ ਸਾਨੂੰ ਜਿਹੜੀ ਇਹਨਾਂ ਸਮਝ ਆਉਣੀ ਚਾਹੀਦੀ ਵੀ 110 ਸਾਲਾਂ ਬਾਅਦ ਅਸੀਂ ਇਹ ਕੰਮ ਨਹੀਂ ਕਰ ਸਕਦੇ। ਜਿਸ ਤਰ੍ਹਾਂ ਬਾਕੀਆਂ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਕੋਈ ਅਸੀਂ ਕੰਮ ਫੋਲੋ ਨਹੀਂ ਕਰਦੇ, ਉਸ ਤਰ੍ਹਾਂ ਸਾਨੂੰ ਬਾਕੀ ਕਰਦੇ ਨੇ। ਸੋ ਉਸ ਚੀਜ਼ ਨੂੰ ਫਿਕਸ ਕਰਨਾ ਲੋਕਾਂ ਨੇ ਫਰੇਜ਼ਰ ਹੈਲਥ ਦੇ ਵਿੱਚ ਆਪਣੇ ਲੋਕਾਂ ਦੀ ਪਾਪੂਲੇਸ਼ਨ ਜ਼ਿਆਦਾ, ਉਹਨਾਂ ਨੇ ਇਸ ਚੀਜ਼ ਨੂੰ ਕੰਟਰੋਲ ਕੀਤਾ, ਵੈਕਸੀਨੇਸ਼ਨ ਲਵਾਇਆ, ਲਾਈਨਾਂ ਦੇ ਵਿੱਚ ਖੜੇ ਹੋਏ, ਗੁਰੂ ਘਰਾਂ ਨੇ, ਬਾਕੀ ਮੰਦਰਾਂ ਨੇ, ਮੰਦਰ ਤੇ ਉਸ ਤੋਂ ਇਲਾਵਾ ਮਸਜਿਦ ਸਾਰਿਆਂ ਨੇ ਪਾਰਟੀਸਪੇਟ ਕਰਕੇ ਤੇ ਬੜਾ ਸੋਹਣਾ ਵੈਕਸੀਨੇਸ਼ਨ ਦੀ ਸਟੇਜ ਪਹੁੰਚ ਗਈ। ਕੱਲ੍ਹ ਆਉਂਦੀ ਹੈ ਹੁਣ ਕਿ ਬਾਰ-ਬਾਰ ਸਾਰਿਆਂ ਨੂੰ ਸਵਾਲ ਆਉਂਦਾ ਵੀ ਇਹਦਾ ਜਿਨ੍ਹਾਂ ਨੇ ਐਸਟਰਾਜ਼ੈਨੇਕਾ ਲਾਇਆ ਸੀ ਉਹਨਾਂ ਨੂੰ ਦੂਜੇ ਮਿਲਦੇ ਪਏ ਨੇ। ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਐਸਟਰਾਜ਼ੈਨੇਕਾ ਵੱਖਰੇ ਤਰੀਕੇ ਨਾਲ ਕੰਮ ਕਰਦਾ, ਮੋਡਰਨਾ ਤੇ ਜਿਹੜਾ ਆਪਣਾ ਫਾਈਜ਼ਰ ਹੈ ਉਹਦਾ ਵੱਖਰਾ ਤਰੀਕਾ ਕੰਮ ਕਰਨ ਦਾ, ਪਰ ਬੂਸਟਰ ਡੋਜ਼ ਜਿਹੜੀ ਇੱਕ ਦੂਜੇ ਨੂੰ ਇਹ ਕੰਪਲੀਮੈਂਟ ਹੀ ਕਰਦੇ ਨੇ, ਨੁਕਸਾਨ ਵਾਲੀ ਗੱਲ ਕੋਈ ਨਹੀਂ। ਜੀ ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ, ਤੁਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਦਾ ਜੇ ਅਸੀਂ ਸੰਖੇਪ ਦੇ ਵਿੱਚ ਗੱਲ ਕਰਨੀ ਹੋਵੇ ਪੂਰਾ ਸਮਝਾ ਦਿੱਤਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਸੀ ਤੇ ਅੱਜ ਅਸੀਂ ਕਿੱਥੇ ਆ ਕੇ ਖੜੇ ਹੋ ਗਏ ਹਾਂ ਤੇ ਕੈਨੇਡਾ ਨੰਬਰ 1 ਤੇ ਹੈਗਾ। ਅੱਜ ਪ੍ਰਧਾਨ ਮੰਤਰੀ ਤੋਂ ਵੀ ਇਹ ਪੁੱਛਿਆ ਗਿਆ ਸੀਗਾ ਕਿ ਅਮਰੀਕਾ ਅਸੀਂ ਕਿਉਂ ਨਹੀਂ ਜਾ ਸਕਦੇ, ਉਹ ਕਹਿੰਦੇ ਮੇਰਾ ਫੈਸਲਾ ਨਹੀਂ, ਇਹ ਉਹਨਾਂ ਦਾ ਫੈਸਲਾ ਹੈ। ਸੋ ਇਹ ਹੈ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਕੋਈ ਸਰਕਾਰਾਂ ਜਿਹੜੀਆਂ ਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਹੁਣ ਜਦੋਂ ਇੱਧਰੋਂ ਉੱਧਰ ਜਾਣ ਦੀ ਜਾਂ ਇੱਧਰੋਂ ਉੱਧਰ ਆਉਣ ਦੀ ਗੱਲ ਹੈ ਕਿ ਸਾਡੇ ਵੱਲੋਂ ਕੈਨੇਡਾ ਵੱਲੋਂ ਬਾਰਡਰ ਖੋਲ ਦਿੱਤੇ ਜਾਣੇ ਨੇ ਹੁਣ 9 ਤਰੀਕ ਨੂੰ 9 ਅਗਸਤ ਤੋਂ ਜਿਹੜੇ ਬਾਰਡਰ ਖੋਲ ਦਿੱਤੇ ਜਾਣੇ, ਕਿ ਬੱਚੇ ਜਿਹੜੇ ਨੇ ਉਹ ਆ ਸਕਦੇ ਨੇ ਕਿਉਂਕਿ ਬੱਚਿਆਂ ਦੇ ਅਜੇ ਤੱਕ ਟੀਕੇ ਨਹੀਂ ਲੱਗੇਗੇ। ਸੋ ਬੱਚਿਆਂ ਦੇ ਟੀਕੇ ਕਦੋਂ ਤੱਕ ਲੱਗ ਸਕਦੇ ਆ? ਨਹੀਂ, ਉਹ ਜਿਹੜਾ 12 ਸਾਲ ਤੋਂ ਜਿਹੜੇ ਥੱਲੇ ਨੇ ਉਹ ਨਾਲ ਆ ਸਕਦੇ, ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਪੈਣਾ, ਪਰ ਜਿਹੜੇ 12 ਸਾਲ ਤੋਂ ਉੱਪਰ ਨੇ ਉਹਨਾਂ ਵਾਸਤੇ ਇੰਜੈਕਸ਼ਨ ਜਿਹੜੇ ਨੇ ਲਾਉਣੇ ਪੈਣੇ ਨੇ, ਕਿਉਂਕਿ ਇਹ ਜਿਹੜਾ ਸਾਰਾ ਜਿਹੜੀ ਪਾਲਿਸੀ ਹੈ ਨਾ USA ਵਿੱਚ, ਉਹਦੇ ਬਾਰੇ ਤਾਂ ਮੈਂ ਗੱਲ ਨਹੀਂ ਕਰ ਸਕਦਾ। ਕੈਨੇਡਾ ਦੀ ਤਾਂ ਸਿਸਟਮ ਬੜਾ ਕਲੀਅਰ ਹੈ। ਸਾਡਾ ਇੱਕ ਹੈਗਾ ਸਿਸਟਮ, ਉਹ ਫੈਡਰਲ ਗਵਰਨਮੈਂਟ ਜਿਹੜੀ ਹੈ ਨਾ ਉਹ ਫਾਲੋ ਕਰਦੀ ਹੈ ਵਿਦ ਪ੍ਰੋਵਿੰਸ ਵਾਲੇ ਆਪਣੀ ਵੈਕਸੀਨੇਸ਼ਨ ਕਰਦੇ ਨੇ। ਰੈਕਡ ਕੀਪਿੰਗ ਜਿਹੜੀ ਹੈ ਨਾ ਉਹਦੇ ਬਾਰੇ ਮੈਂ ਗੱਲ ਅੱਗੇ ਜਾ ਕੇ ਕਰਾਂਗਾ, ਉਹ ਬੜੀ ਇੰਪੋਰਟੈਂਟ ਵੀ ਕਿਸ ਤਰ੍ਹਾਂ ਅਸੀਂ ਉਹ ਜਿਹੜਾ ਸਾਨੂੰ ਕਾਰਡ ਹੈ ਉਹ ਕਿਸ ਤਰ੍ਹਾਂ ਯੂਜ਼ ਕਰਨਾ ਤੇ ਉਹਦੇ ਵਿੱਚ ਕੀ ਮੁਸ਼ਕਲਾਂ ਆ ਸਕਦੀਆਂ, ਕੀ ਖਾਮੀਆਂ ਨੇ। ਪਰ ਓਵਰਆਲ ਜਿਹੜਾ ਨਾ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦਾ ਹੁਣ 12 ਸਾਲ ਤੱਕ ਤੇ ਇਨਕਰੇਜ ਕਰਦੇ ਪਏ ਨੇ, ਸੋ ਚੰਗੀ ਗੱਲ ਹੈ।
ਪਰ ਇਹਦਾ ਜਿਹੜਾ ਵੈਕਸੀਨੇਸ਼ਨ ਹੈ ਇਹ ਕਿੰਨੀ ਦੇਰ ਤੱਕ ਇਫੈਕਟਿਵ ਹੁੰਦਾ ਉਹਦੇ ਬਾਰੇ ਮੈਂ ਗੱਲ ਥੋੜ੍ਹੀ ਜਿਹੀ ਕਰਨਾ ਚਾਹੁੰਦਾ, ਕਿਉਂਕਿ ਇਹਦੀ ਜਿਹੜੀ ਇਮਿਊਨਿਟੀ ਹੈ ਉਹਦਾ ਲੈਵਲ ਕਿਸੇ ਨੂੰ ਪਤਾ ਨਹੀਂ ਵੀ 12 ਹਫ਼ਤਿਆਂ ਵਾਸਤੇ ਕਿ 16 ਵਾਸਤੇ ਕਿ 18 ਵਾਸਤੇ ਕਿ 24 ਵਾਸਤੇ। ਪਰ ਜੇ ਬੂਸਟਰ ਜਿਹੜੀ ਡੋਜ਼ ਹੈ ਨਾ ਉਹਦੇ ਬਾਰੇ ਜਿਹੜਾ ਨਾ ਸਮਝਣਾ ਬੜਾ ਜ਼ਰੂਰੀ ਹੈ। ਬੂਸਟਰ ਡੋਜ਼ ਦਾ ਮਤਲਬ ਹੈ ਕਿ ਫॉर ਐਗਜ਼ਾਮਪਲ ਹਰ ਸਾਲ ਅਸੀਂ ਫਲੂ ਦਾ ਵੈਕਸੀਨੇਸ਼ਨ ਲਵਾਉਂਦੇ ਹਾਂ, ਕਿਉਂਕਿ ਹਰ ਸਾਲ ਜਿਹੜਾ ਉਹ ਬੂਸਟਰ ਉਹ ਜਿਹੜਾ ਵੈਕਸੀਨੇਸ਼ਨ ਲਵਾਉਣ ਦਾ ਮਤਲਬ ਹੈ ਵੀ ਜਿਹੜੀ ਸਾਡੀ ਬਾਡੀ ਪ੍ਰਪੇਅਰ ਸੀ ਇੱਕ ਕੰਮ ਕਰਕੇ ਦੂਜਾ ਥੋੜ੍ਹਾ ਬਹੁਤਾ ਜਿਹੜੀ ਵੇਰੀਏਸ਼ਨ ਆਉਂਦੀ ਹੈ ਉਹ ਬਾਡੀ ਦੇ ਵਿੱਚ ਐਂਟੀਬਾਡੀਜ਼ ਵਧਾਉਣ ਵਾਸਤੇ ਉਹ ਆਪਾਂ ਵੈਕਸੀਨੇਸ਼ਨ ਦੇ ਰਹੇ ਹਾਂ। ਪਰ ਇਹਦੇ ਵਾਸਤੇ ਜਿਹੜਾ ਬੂਸਟਰ ਡੋਜ਼ ਦੇਣੀ ਅਜੇ ਕੋਈ ਮੇਨ ਕੋਈ ਫੈਸਲਾ ਨਹੀਂ ਹੋਇਆ ਸਾਇੰਸ ਵੱਲੋਂ, ਕਿਉਂਕਿ ਉਹ ਵੇਖਣਾ ਵੀ ਇਹ ਜਿਹੜਾ ਇਹਦੀ ਇਮਿਊਨਿਟੀ ਕਿੰਨੀ ਦੇਰ ਤੱਕ ਚੱਲਦੀ ਹੈ ਉਸ ਤੋਂ ਬਾਅਦ ਹੀ ਫੈਸਲਾ ਕਰ ਸਕਦੇ। ਪਲੱਸ ਜੇ ਇਹਦੀ ਵੇਰੀਏਸ਼ਨ ਹੋ ਰਹੀ ਹੈ, ਜਿਸ ਤਰ੍ਹਾਂ ਇਹਦੇ ਬਾਕੀ ਵੇਰੀਐਂਟਸ ਨੇ, ਡੈਲਟਾ ਵੇਰੀਐਂਟ ਇੱਕ ਦੋ ਨਾਂ ਪਹਿਲਾਂ ਵੀ ਆਏ ਸੀ, ਉਹਨਾਂ ਬਾਰੇ ਕਿਸ ਤਰ੍ਹਾਂ ਕੰਟਰੋਲ ਹੋਣਾ। ਸੋ ਜਿਹੜਾ ਬੂਸਟਰ ਡੋਜ਼ ਵਾਲੇ ਜਿੰਨੀ ਦੇਰ ਤੱਕ ਗਵਰਨਮੈਂਟ ਆਫ ਕੈਨੇਡਾ ਵਾਲੇ, ਹੈਲਥ ਕੈਨੇਡਾ ਵਾਲੇ, ਪ੍ਰੋਵਿੰਸ ਆਫ BC ਵਾਲੇ, ਹੈਲਥ ਅਥਾਰਟੀ ਵਾਲੇ ਨਹੀਂ ਅਨਾਉਂਸ ਕਰਦੇ, ਆਪਾਂ ਨੂੰ ਕੈਫੇ ਨਹੀਂ ਲਾਣੇ ਚਾਹੀਦੇ, ਕਿਉਂਕਿ ਇਹ ਗੱਲ ਠੀਕ ਨਹੀਂ। ਜਿਹੜੀ ਮਿਸ ਇਨਫੋਰਮੇਸ਼ਨ ਇਸ ਟਾਈਮ ਤੇ ਦੇਣੀ ਬੜੀ ਖਤਰਨਾਕ ਹੈ ਤੇ ਉਹ ਤੋਂ ਬਚਣਾ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਅਦਰਵਾਈਜ਼ ਇਹ ਲੋਕਾਂ ਨੇ ਕਹਿਣਾ ਬੂਸਟਰ ਸਾਨੂੰ ਕਿਉਂ ਨਹੀਂ ਮਿਲੀ। ਅਜੇ ਕੋਈ ਅਨਾਉਂਸਮੈਂਟ ਨਹੀਂ ਹੋਈ ਅੱਜ ਤੱਕ, 2:30 ਪੌਣੇ 3 ਵਜੇ ਤੱਕ ਮੈਂ ਕੋਈ ਨਹੀਂ ਦੇਖੀ। ਮੈਂ ਸਾਰੀਆਂ ਇਹਦੀਆਂ ਸਾਰਾ ਕੁਝ ਮੈਂ ਪੜ੍ਹ ਕੇ ਆਉਣਾ, ਮੈਂ ਜੋ ਵੀ ਗੱਲਬਾਤ ਹੁੰਦੀ ਹੈ ਸਮਝ ਕੇ ਆਈ ਦੀ ਹੈ, ਪਰ ਇਸ ਟਾਈਮ ਤੇ ਕੋਈ ਨਹੀਂ। ਪਰ ਵੈਕਸੀਨੇਸ਼ਨ ਦਾ ਜਿਹੜਾ ਬੂਸਟਰ ਜਿਹੜਾ ਨਾ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ ਕਿ ਲੋਕ ਟੈਟਨਸ ਦਾ ਅਸੀਂ ਹਰ 10 ਸਾਲ ਬਾਅਦ ਲਵਾਉਂਦੇ ਹਾਂ। ਕਿਉਂ ਲਵਾਉਂਦੇ ਹਾਂ? ਕਿਉਂਕਿ 10 ਸਾਲ ਤੱਕ ਉਹਦੀ ਜਿਹੜੀਆਂ ਐਂਟੀਬਾਡੀਜ਼ ਸਾਡੀ ਬਾਡੀ 'ਚ ਪਰਸਿਸਟ ਕਰਦੀਆਂ, ਉਸ ਚੀਜ਼ ਨੂੰ ਦੁਬਾਰਾ ਰੀਇਗਨਾਈਟ ਕਰਨ ਵਾਸਤੇ ਬਾਡੀ ਨੂੰ ਐਂਟੀਬਾਡੀਜ਼ ਬਣਾਉਣ ਵਾਸਤੇ ਬੂਸਟਰ ਡੋਜ਼ ਦਿੰਦੇ ਆ। ਸੋ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹਦੇ ਵਾਸਤੇ ਵੀ ਬੂਸਟਰ ਡੋਜ਼ ਮਿਲੇ। ਆਪਾਂ ਮੀਜ਼ਲ ਦੀ ਦਿੰਦੇ ਹਾਂ, ਮੰਪਸ ਦੀ ਦਿੰਦੇ ਹਾਂ, ਰੁਬੈਲਾ ਦੀ ਬੂਸਟਰ ਡੋਜ਼ ਦਿੰਦੇ ਹਾਂ, ਚਿਕਨ ਪੌਕਸ ਦੀਆਂ 2 ਮਿਲਦੀਆਂ ਡੋਜ਼। ਇਸ ਤੋਂ ਇਲਾਵਾ ਆਪਾਂ ਹੈਪੇਟਾਈਟਸ A B ਉਹਦੀਆਂ ਵੀ ਕਰਨੇ ਆ। ਸੋ ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਹਜੇ ਸਾਇੰਸ ਵੱਲੋਂ ਹਜੇ ਕੁਝ ਵੀ ਨਹੀਂ ਕਿਹਾ ਜਾ ਰਿਹਾ ਕਿ ਸਾਇੰਸ ਕਹਿ ਰਹੀ ਹੈ ਕਿ ਬੂਸਟਰ ਡੋਜ਼ ਹੋਣਾ ਚਾਹੀਦਾ ਕਿ ਨਹੀਂ। ਕਈ ਇਜ਼ਰਾਈਲ ਦੇ ਵਿੱਚ ਆਲਰੇਡੀ ਸ਼ੁਰੂ ਹੋ ਗਿਆ, ਉੱਥੇ ਬੂਸਟਰ ਡੋਜ਼ ਦੇਣੇ ਸ਼ੁਰੂ ਹੋ ਗਏ ਹੈਗੇ। ਸੋ ਨਾਲ ਹੁਣ ਸਾਇੰਸ ਨੇ ਇੱਕ ਕੁਐਸਚਨ, ਜਦੋਂ ਅਸੀਂ WHO ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਕਿ ਮਿਕਸ ਐਂਡ ਮੈਚ ਦਾ ਵੀ ਹਜੇ ਕੋਈ ਵੀ ਨਹੀਂ ਹੈਗਾ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਮਿਕਸ ਐਂਡ ਮੈਚ ਕਰਕੇ ਲਗਵਾਈਆਂ ਨੇ, ਫਾਈਜ਼ਰ ਵਾਲਿਆਂ ਨੂੰ ਮੋਡਰਨਾ ਲੱਗ ਗਈ ਹੈ ਸੈਕਿੰਡ ਡੋਜ਼, ਜਾਂ ਮੋਡਰਨਾ ਵਾਲਿਆਂ ਨੂੰ ਫਾਈਜ਼ਰ ਲੱਗ ਗਈ ਹੈ, ਜਾਂ ਐਸਟਰਾਜੈਨਕਾ ਵਾਲਿਆਂ ਨੂੰ ਫਾਈਜ਼ਰ ਜਾਂ ਮੋਡਰਨਾ ਲੱਗ ਗਈਆਂ ਨੇ। ਸੋ ਉਹ ਕਹਿੰਦੇ ਕਿ ਹਜੇ ਵੀ ਕਨਫਿਊਜ਼ਨ ਦੇ ਵਿੱਚ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ ਲਗਵਾਉਣੀ ਚਾਹੀਦੀ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਪਹਿਲੀ ਡੋਜ਼ ਲੱਗੀ ਹੋਈ ਹੈ, ਦੂਜੀ ਡੋਜ਼ ਲਗਵਾਉਣ ਜਾਂਦੇ ਆ ਜਦੋਂ, ਤਾਂ ਉਹ ਫਿਰ ਕਨਫਿਊਜ਼ਨ 'ਚ ਆ ਜਾਂਦੇ ਆ ਕਿ ਸਾਨੂੰ ਮਿਕਸ ਐਂਡ ਮੈਚ ਕਰਕੇ ਲਗਵਾ ਲੈਣੀ ਚਾਹੀਦੀ ਹੈ ਜਾਂ ਨਹੀਂ ਲਗਵਾਉਣੀ ਚਾਹੀਦੀ। ਦੇਖੋ WHO ਦੀ ਤਾਂ ਆਪਾਂ ਕੀ ਗੱਲ ਕਰਨੀ ਹੈ, ਉਹਨਾਂ ਦਾ ਕਈ ਵਾਰੀ ਉਹ ਆਪ ਵੀ ਨਹੀਂ ਕਈ ਵਾਰੀ ਬਹੁਤੇ ਕਲੀਅਰ ਹੁੰਦੇ, ਜਿੰਨੀ ਦੇਰ ਨੂੰ ਕਈ ਵਾਰੀ ਉਹਨਾਂ ਨੇ ਕਲੈਰਿਟੀ ਪੇਸ਼ ਕਰਨੀ ਹੈ, ਕਈ ਵਾਰੀ ਟਾਈਮ ਜਿਹੜਾ ਨਾ ਬਹੁਤ ਲੇਟ ਹੋ ਜਾਂਦਾ। ਹੁਣ ਜਦੋਂ ਕੈਨੇਡਾ ਦੀ ਸਰਕਾਰ ਜਾਂ ਜਿਹੜੀ ਸਾਡੀ ਪ੍ਰੋਵਿੰਸ ਦੀ ਗਵਰਨਮੈਂਟ ਹੈ, ਹੈਲਥ ਡਿਪਾਰਟਮੈਂਟ ਜਦੋਂ ਕਹਿ ਰਿਹਾ ਵੀ ਐਕਸੈਪਟੇਬਲ ਹੈ ਸਾਨੂੰ, ਉਹ ਕਿਸੇ ਬੇਸ 'ਤੇ ਕਹਿ ਰਹੇ ਨੇ ਉਹ ਲਵਾਉਣਾ ਚਾਹੀਦਾ, ਉਹਦੇ ਵਿੱਚ ਜਿਹੜਾ ਨਾ ਕਿ ਉਹਦੇ ਵਿੱਚ ਸਵਾਲ ਕਰਨਾ ਕੋਈ ਚੰਗੀ ਉਹਦੇ ਵਿੱਚੋਂ ਕੋਈ ਨਿਕਲਣਾ ਨਹੀਂ, ਪੋਜ਼ੀਟਿਵ ਗੱਲ ਨਹੀਂ, ਟਾਈਮ ਵੇਸਟ ਹੋਣਾ। ਸੋ ਜਿਨ੍ਹਾਂ ਨੇ ਐਸਟਰਾਜ਼ੈਨੇਕਾ ਲਵਾਇਆ, ਜੇ ਉਹਨਾਂ ਨੂੰ ਸੈਕਿੰਡ ਡੋਜ਼ ਕਿਸੇ ਦੀ ਵੀ ਮਿਲਦੀ ਹੈ ਲਵਾਓ, ਤੁਹਾਡੀ ਉਹਦੇ ਨਾਲ ਇਮਿਊਨਿਟੀ ਵਧੇਗੀ, ਉਹਦੇ ਨਾਲ ਤੁਹਾਨੂੰ ਫਾਇਦਾ ਹੀ ਹੋਣਾ। ਇੱਕ ਸਵਾਲ ਬਾਰ-ਬਾਰ ਆਉਂਦਾ ਹੁੰਦਾ ਸਾਰਿਆਂ ਦਾ ਕਿ ਜਿਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਹੈ, ਫਾਰ ਐਗਜ਼ਾਮਪਲ ਵੀ COVID-19 ਹੋ ਗਿਆ, ਉਹਨਾਂ ਨੂੰ ਕਦੋਂ ਵੈਕਸੀਨੇਸ਼ਨ ਲਵਾਉਣਾ ਚਾਹੀਦਾ? ਉਹਦੇ ਵਿੱਚ ਥੋੜ੍ਹਾ ਜਿਹਾ ਕਨਫਿਊਜ਼ਨ ਹੈਗਾ ਟਾਈਮ ਦਾ। ਉਹਦਾ ਮੋਸਟ ਆਫ ਦੀ ਟਾਈਮ ਕਹਿੰਦੇ ਵੀ 4 ਤੋਂ 6 ਹਫ਼ਤੇ ਤੁਸੀਂ ਵੇਟ ਕਰ ਲਓ, ਕਿਉਂਕਿ ਜਿਹੜੀ ਤੁਹਾਡੀ ਬਾਡੀ ਵਿੱਚ ਆਲਰੇਡੀ ਇਨਫੈਕਸ਼ਨ ਹੋਈ ਹੈ ਉਹਦੀ ਐਨਫ ਐਂਟੀਬਾਡੀਜ਼ ਨੇ ਤੁਹਾਨੂੰ ਹੈਲਪ ਕਰਨ ਵਾਸਤੇ। ਪਰ ਜੇ ਉਸ ਟਾਈਮ ਦੇ ਵਿੱਚ ਲਵਾਉਣ ਨਾਲ ਨੁਕਸਾਨ ਤਾਂ ਨਹੀਂ ਮੈਂ ਕਹਿ ਸਕਦਾ, ਪਰ ਫਾਇਦਾ ਜਿਹੜਾ ਹੋ ਸਕਦਾ ਜ਼ਿਆਦਾ ਨਾ ਹੋਏ, ਅਤੇ ਚਾਹੀਦਾ ਵੀ 6 ਤੋਂ 8 ਹਫ਼ਤੇ ਵੇਟ ਕਰੋ, ਉਸ ਤੋਂ ਬਾਅਦ ਇੰਜੈਕਸ਼ਨ ਲਵਾਓ। ਉਹਦੇ ਨਾਲ ਤੁਹਾਨੂੰ ਐਕਚੁਅਲੀ ਫਾਇਦਾ ਹੋਣਾ ਕਿ ਆਲਰੇਡੀ ਤੁਹਾਡੀ ਵਿੱਚ ਇੰਨੀ ਕੁ ਤੁਹਾਡੀ ਬਾਡੀ ਵਿੱਚ ਉਹ ਐਂਟੀਬਾਡੀਜ਼ ਕੰਮ ਕਰਦੀਆਂ ਪਈਆਂ ਨੇ, ਸਿਸਟਮ ਜਿਹੜਾ ਨਾ ਤੁਹਾਡੇ ਜਿਹੜਾ ਪ੍ਰੋਡਿਊਸ ਕਰਦਾ ਐਂਟੀਬਾਡੀਜ਼, ਤੋਂ ਉਹਦੇ ਨਾਲ ਹੈਲਪ ਹੋ ਜਾਏਗੀ। ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਐਂਟੀਬਾਡੀਜ਼ ਜਿਹੜੀਆਂ ਨੇ ਆਲਰੇਡੀ ਬਣੀਆਂ ਨੇ, ਹੁਣ ਇਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਇੱਦਾਂ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਪਹਿਲੀ ਡੋਜ਼ ਤਾਂ ਲੱਗ ਗਈ ਸੀਗੀ, ਫਿਰ ਉਹਨਾਂ ਨੂੰ ਪਹਿਲੀ ਡੋਜ਼ ਤੋਂ ਬਾਅਦ ਕੋਵਿਡ ਹੋ ਗਿਆ। ਪਰ ਇਹ ਹੈ ਕਿ ਜੇ ਵੈਕਸੀਨ ਲੱਗਣ ਤੋਂ ਬਾਅਦ ਤੁਹਾਨੂੰ ਕੋਵਿਡ ਹੁੰਦਾ, ਉਹਦਾ ਅਸਰ ਤੁਹਾਡੀ ਬਾਡੀ ਦੇ ਉੱਤੇ ਘੱਟ ਹੁੰਦਾ ਆ। ਸੋ ਜੇ ਉਹਨਾਂ ਨੂੰ ਪਹਿਲੀ ਡੋਜ਼ ਤੋਂ ਬਾਅਦ ਕੋਵਿਡ ਹੋ ਗਿਆ ਤਾਂ ਦੂਜੀ ਡੋਜ਼ ਦੇ ਵਿੱਚ ਵੀ ਉਹਨਾਂ ਨੂੰ
ਨੂੰ ਇੰਨੇ ਵੀਕਸ ਦਾ ਜਾਂ 4 ਤੋਂ 6 ਹਫ਼ਤਿਆਂ ਦਾ ਵੇਟ ਕਰ ਲੈਣਾ ਉਹ ਚਾਹੀਦਾ? ਬਿਲਕੁਲ ਉਹਨਾਂ ਨੂੰ ਚਾਹੀਦਾ ਵੀ ਇਸ ਬਾਰੇ ਆਪਣੇ ਫੈਮਿਲੀ ਡਾਕਟਰ ਨਾਲ ਕੰਸਲਟ ਕਰ ਲੈਣ, ਕਿਉਂਕਿ ਹਰ ਇੱਕ ਦੀ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਹ ਹੋ ਸਕਦਾ ਵੀ ਉਹਨਾਂ ਵਿੱਚ ਕੋਈ ਸਿਸਟਮ ਵਿੱਚ ਕੋਈ ਕ੍ਰੋਨਿਕ ਡਿਜ਼ੀਜ਼ਸ ਹੋਣ ਜਾਂ ਉਹਨਾਂ ਕੋਈ ਹੋਰ ਇਸ਼ੂ ਉਹਨਾਂ ਦੀ ਬਾਡੀ ਵਿੱਚ ਹੋਏ, ਉਹ ਚੈੱਕ ਕਰ ਲੈਣ। ਪਰ ਜਿਹੜਾ ਔਨ ਐਵਰੇਜ ਜਿਹੜਾ ਜਿਹਨੂੰ ਵੀ ਫਸਟ ਡੋਜ਼ ਲੱਗੀ ਹੈ, ਫॉर ਐਗਜ਼ਾਮਪਲ ਜੇ ਅੱਜ ਲੱਗੀ ਹੈ 20 ਤਰੀਕ ਨੂੰ, ਜੇ ਤੁਹਾਨੂੰ ਵਿਦਨ ਮੰਥ ਜਿਹੜਾ ਕੋਵਿਡ-19 ਜੇ ਤਾਂ ਇਨਫੈਕਸ਼ਨ ਹੁੰਦੀ ਹੈ, ਤੁਸੀਂ 1 ਮਹੀਨਾ ਹੋਰ ਵੇਟ ਕਰ ਲਓ। 8 ਹਫ਼ਤੇ ਦੀ ਬਜਾਏ 12 ਹਫ਼ਤੇ ਜਾਂ 16 ਹਫ਼ਤੇ ਵੇਟ ਕਰ ਲਓ। ਉਹਦੇ ਨਾਲ ਹੋਣਾ ਕਿ ਤੁਹਾਡੇ ਕੋਲ ਐਨਫ ਹੈਗੀ ਹੈ ਐਂਟੀਬਾਡੀਜ਼ ਬਾਡੀ ਦੇ ਵਿੱਚ, ਪਰ ਇੰਨੀਆਂ ਨਹੀਂ ਸੀ ਕਿ ਤੁਹਾਨੂੰ 100% ਪ੍ਰੋਟੈਕਟ ਕੀਤਾ ਉਹਨਾਂ ਨੇ। ਪਰ ਹੁਣ ਜਿਹੜਾ ਡੋਜ਼ ਤੁਸੀਂ ਲਾਣੀ ਹੈ ਉਹਦੇ ਨਾਲ ਕਾਫੀ ਲੈਵਲ ਵੱਧ ਜਾਏਗਾ, ਪਰ ਜਿਹੜਾ ਓਵਰਆਲ ਜਿਹੜੀ ਇਫੈਕਟਿਵਨੈਸ ਹੈ ਟਾਈਮ ਦੀ, ਉਹ ਇਸ਼ੂ ਆ ਰਿਹਾ ਬਾਰ-ਬਾਰ। ਮੇਰੇ ਹਿਸਾਬ ਨਾਲ ਜਿਹੜਾ ਉਹ ਅਜੇ ਪੂਰੀ ਤਰ੍ਹਾਂ ਡਿਫਾਈਨ ਨਹੀਂ ਹੋਇਆ ਕਿ ਕਿੰਨੀ ਦੇਰ ਤੱਕ ਇਹਦੀ ਇਮਿਊਨਿਟੀ ਲਾਸਟ ਕਰੇਗੀ। ਉਸ ਚੀਜ਼ 'ਤੇ ਡਿਪੈਂਡ ਕਰਨਾ ਕਿ ਨੰਬਰ ਆਫ ਪੀਪਲ ਜਿਨ੍ਹਾਂ ਨੂੰ ਵੈਕਸੀਨੇਸ਼ਨ ਹੋਇਆ ਸੈਕੰਡ ਡੋਜ਼ ਪਲੱਸ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਹੈ, ਅਤੇ ਉਹਨਾਂ ਤੇ ਥਰਡ ਜਿਹੜਾ ਕਿ ਇਨਫੈਕਸ਼ਨ ਰੇਟ ਹੁਣ ਕਿੰਨਾ ਚੱਲਦਾ ਪਿਆ। ਉਹ 3 ਜਿਹੜੀਆਂ ਚੀਜ਼ਾਂ ਨੇ ਉਹਨਾਂ 'ਤੇ ਜਿਹੜਾ ਨਾ ਨਵਾਂ ਜਿਹੜਾ ਪ੍ਰੋਜੈਕਸ਼ਨਸ ਹੋਣੀਆਂ ਵੀ ਇਹ ਪ੍ਰੋਬਲਮ ਵੱਧ ਸਕਦੀ ਹੈ ਕਿ ਇੱਥੇ ਖਤਮ ਹੋ ਗਈ। ਪਰ ਐਟਲੀਸਟ ਸਾਰੀ ਦੁਨੀਆ ਤਿਆਰ ਹੈ, ਕੈਨੇਡਾ ਵਿੱਚ ਐਨਫ ਵੈਕਸੀਨੇਸ਼ਨ ਨੇ। ਜਸਟ ਰਿਮੈਂਬਰ ਕਿ ਜਦੋਂ ਅਨਾਊਂਸਮੈਂਟ ਕੀਤੀ ਸੀ ਪ੍ਰਧਾਨ ਮੰਤਰੀ ਨੇ ਵੀ ਅਸੀਂ 97 ਮਿਲੀਅਨ ਡੋਜ਼ਸ ਆਰਡਰ ਕੀਤੀਆਂ, ਸਾਰੀ ਦੁਨੀਆ ਵਿੱਚ ਕਹਿ ਤਾ ਵੀ ਇਹ ਕੀ ਕੰਮ ਕਰ ਲਿਆ। ਪਰ ਉਦੋਂ ਉਹਨਾਂ ਨੂੰ ਇਹ ਸਮਝ ਨਹੀਂ ਆਈ ਬਾਕੀਆਂ ਨੂੰ ਵੀ 37 ਮਿਲੀਅਨ ਆਪਣੇ ਲੋਕ ਨੇ, ਉਹਦੇ ਵਿੱਚੋਂ ਜੇ 26-27 ਮਿਲੀਅਨ ਲੋਕ ਜਿਹੜੇ ਨਾ ਉਹਨਾਂ ਦੀ ਉਮਰ 12 ਸਾਲ ਤੋਂ ਉੱਪਰ ਤੇ ਹੈ ਹੀ ਹੈ, ਤੇ ਉਹਨਾਂ ਨੂੰ ਜੇ 2 ਲਵਾਉਣੀਆਂ ਡੋਜ਼ਸ ਤੇ 72 ਮਿਲੀਅਨ ਤੋਂ ਉੱਤੇ ਪੈ ਜਾਣਾ, 52 ਮਿਲੀਅਨ ਤੋਂ ਉਦੋਂ ਜ਼ਰੂਰਤ ਪੈਣੀ ਹੈ। ਇਸ ਤੋਂ ਇਲਾਵਾ ਕਿ ਕੋਈ ਖਰਾਬ ਵੀ ਹੋ ਜਾਂਦਾ, ਕੋਈ ਵੇਸਟੇਜ ਹੋ ਜਾਂਦੀ ਹੈ, ਕਿ ਟਰਾਂਸਪੋਰਟੇਸ਼ਨ 'ਚ ਇਸ਼ੂ ਆ ਸਕਦਾ। ਬਾਕੀ ਜਿਹੜਾ ਸੀ ਜੌਨਸਨ ਐਂਡ ਜੌਨਸਨ, ਉਹਦੀ ਵੀ ਕੋਈ ਕੰਟਰੋਵਰਸੀ ਸ਼ੁਰੂ 'ਚ ਹੋ ਗਈ। ਸੋ ਜਿਹੜੇ 2 ਮੇਨ ਨੇ ਮੋਡਰਨਾ ਤੇ ਜਿਹੜਾ ਫਾਈਜ਼ਰ ਹੈ, ਉਹਨਾਂ ਬਾਰੇ ਸਾਰਿਆਂ ਦਾ ਜ਼ੋਰ ਹੈਗਾ। ਸੋ ਉਹਨਾਂ ਦੀ ਪ੍ਰੋਡਕਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ, ਤੇ ਹੁਣ ਐਨਫ ਵੈਕਸੀਨੇਸ਼ਨ ਨੇ ਵੀ ਤੁਸੀਂ ਦੁਨੀਆ ਨੂੰ ਵੀ ਡੋਨੇਟ ਕਰ ਸਕਦੇ ਹੋ। ਤੇ ਐਕਚੁਅਲੀ ਜਦੋਂ ਇੱਕ ਜਿਹੜੀ ਆਰਗੇਨਾਈਜੇਸ਼ਨ ਸੀ ਜਿਹਦੇ ਵਿੱਚੋਂ ਕੈਨੇਡਾ ਨੇ ਵੀ ਮੇਜਰ ਕੰਟਰੀਬਿਊਟ ਕੀਤਾ ਸੀ ਫਾਈਨੈਂਸ਼ੀਅਲੀ, ਉਹਨਾਂ ਨੇ ਐਨਫ ਵੈਕਸੀਨੇਸ਼ਨ ਬਣਾਏ ਸੀ ਉਹਨਾਂ ਕੋਲ ਨੇ ਵੀ ਬਾਕੀ ਕੰਟਰੀ ਨੂੰ ਡਿਸਟਰੀਬਿਊਟ ਕਰਨ ਵਾਸਤੇ। ਐਟ ਦੀ ਐਂਡ ਜੇ ਕੋਈ ਸਾਰੇ ਮੁਲਕ ਨਹੀਂ ਵੈਕਸੀਨੇਸ਼ਨ ਹੁੰਦੀ ਦੁਨੀਆ ਦੇ ਵਿੱਚ, ਤੇ ਇਹ ਪ੍ਰੋਬਲਮ ਵੱਧ ਸਕਦੀ ਹੈ। ਕਿਉਂਕਿ ਹੁਣ ਯੂ ਸੈਡ ਕਿ ਜਦੋਂ ਇਹਨਾਂ ਨੇ ਪ੍ਰਧਾਨ ਮੰਤਰੀ ਨੇ ਕੱਲ੍ਹ ਕਿਹਾ ਵੀ ਅਸੀਂ ਰਸਤੇ ਖੋਲ੍ਹਣੇ ਪਏ ਆ USA ਵਾਸਤੇ, ਓਵਰਸੀਜ਼ ਵੀ ਉਹਨਾਂ ਸੈਪਟੰਬਰ ਤੋਂ ਖੋਲ੍ਹਣੇ ਨੇ। ਉਹ ਅਸੀਂ ਤਾਂ ਸਿਰਫ ਇਸ ਮੁਲਕ ਦੀ ਗੱਲ ਕਰਨੇ, ਮੈਂ ਯੂਰਪ ਵਿੱਚ ਤੇ ਆਲਰੇਡੀ ਖੁੱਲ੍ਹ ਗਿਆ ਕੰਮ। ਸੋ ਜਿਉਂ-ਜਿਉਂ ਜਿਹੜੀਆਂ ਨਾ ਆਵਾਜਾਈ ਵਧਣੀ ਹੈ ਲੋਕਾਂ ਦੀ, ਜਿਹੜੀ ਉਹਨਾਂ ਨੇ ਆ ਕੇ ਫਿਜ਼ੀਕਲੀ ਮੂਵ ਕਰਨਾ ਬਾਈ ਕਿਸੇ ਵੀ ਤਰੀਕੇ ਨਾਲ ਦੂਸਰੇ ਕੰਟਰੀ 'ਚ ਐਂਟਰ ਕਰਨਾ, ਤੇ ਚਾਂਸਸ ਤੇ ਹੈ ਨਹੀਂ ਪ੍ਰੋਬਲਮ ਆ ਸਕਦੀ ਹੈ। ਤੇ ਖਾਸ ਕਰਕੇ ਜਿੱਥੋਂ ਅਸੀਂ ਆਏ ਹਾਂ ਉੱਥੇ ਹੁਣ ਕਾਫੀ ਕੰਮ ਠੀਕ ਹੈ, ਪਿੱਛੇ ਜਿਹੀ ਤੇ ਗੜਬੜ ਹੋ ਗਈ ਸੀ ਪਰ ਹੁਣ ਠੀਕ ਨੇ। ਜੀ ਬਿਲਕੁਲ ਡਾਕਟਰ ਚੀਮਾ, ਜਿੱਦਾਂ ਕਿਹਾ ਕਿ ਹੁਣ ਹੌਲੀ-ਹੌਲੀ ਜਿਹੜੀਆਂ ਪਾਬੰਦੀਆਂ 'ਚ ਢਿੱਲ ਮਿਲ ਰਹੀ ਹੈ ਸਾਨੂੰ। ਅਸੀਂ ਪਿਛਲੇ ਦਿਨੀ 'ਚ ਕੈਲਗਰੀ ਦੇ ਵਿੱਚ ਦੇਖਿਆ, ਉੱਥੇ ਸਟੈਂਪੀਡ ਦੇ ਵਿੱਚ ਕਾਫੀ ਲੋਕ ਇਕੱਠੇ ਹੋਏ ਨੇ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਆਹ ਸ਼ਾਦੀਆਂ ਹੋ ਰਹੀਆਂ ਨੇ, ਹਾਲਸ ਜਿਹੜੇ ਨੇ ਉਹ ਹੁਣ ਫੁੱਲ ਦਿਖ ਰਹੇ ਹੈਗੇ ਨੇ, ਚਾਹੇ ਕੈਪੈਸਿਟੀ ਘੱਟ ਹੈਗੀ ਹੈ ਪਰ ਫਿਰ ਵੀ ਜਿਹੜੇ ਨੇ ਲੋਕ ਇੱਕ ਦੂਜੇ ਨੂੰ ਮੇਲ ਮਿਲਾਪ ਕਰ ਰਹੇ ਨੇ, ਪਾਰਟੀਆਂ ਹੋ ਰਹੀਆਂ ਨੇ। ਸੋ ਹੁਣ ਕੈਨੇਡਾ ਦੇ ਵਿੱਚ ਇੰਨੀਆਂ ਕੁ ਵੈਕਸੀਨੇਸ਼ਨ ਹੈਗੀਆਂ ਨੇ ਕਿ ਸਰਪਲਸ ਵੈਕਸੀਨ ਜਿਹੜੀ ਹੈ ਉਹ ਦੂਜੇ ਦੇਸ਼ਾਂ ਤੱਕ ਵੀ ਭੇਜੀ ਜਾ ਰਹੀ ਹੈ। ਸੋ ਬਹੁਤ ਇੰਪਰੂਵਮੈਂਟ ਹੋ ਰਹੀ ਹੈ, ਪਰ ਸਾਰੀਆਂ ਕੰਟਰੀਆਂ ਦੇ ਵਿੱਚ ਨਹੀਂ। ਐਜ਼ ਯੂ ਸੈਡ ਕਿ ਬਹੁਤ ਸਾਰੀਆਂ ਕੰਟਰੀਜ਼ ਅਜਿਹੀਆਂ ਜਿਹਦੇ ਵਿੱਚ ਵੈਕਸੀਨ ਜਿਹੜੀ ਅਜੇ ਨਹੀਂ ਪਹੁੰਚੀ। ਪਾਸਪੋਰਟਸ ਦੀ ਵੀ ਗੱਲ ਹੋ ਰਹੀ ਹੈ, ਵੈਕਸੀਨ ਪਾਸਪੋਰਟ। ਕੋਈ ਹੁਣ ਕੈਨੇਡਾ ਦੀ ਸਰਕਾਰ ਨੇ ਪ੍ਰੋਵਿੰਸਸ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਪਣੇ ਆਧਾਰ ਤੇ ਦੇਖ ਲਓ ਕਿ ਤੁਸੀਂ ਪਾਸਪੋਰਟ ਅਪਲਾਈ ਕਰਨਾ ਜਾਂ ਨਹੀਂ ਅਪਲਾਈ ਕਰਨਾ। ਇਹਨੂੰ ਲੈ ਕੇ ਵੀ ਕੰਟਰੋਵਰਸੀ ਹੋ ਰਹੀ ਹੈ, ਤੇ ਨਾਲ ਇਹ ਵੀ ਹੋ ਰਿਹਾ ਕਿ ਡੈਲਟਾ ਵੇਰੀਐਂਟ ਜਿਹੜਾ ਉਹ ਫਿਰ ਤੋਂ ਵੱਧ ਰਿਹਾ। ਸੋ ਡੈਲਟਾ ਵੇਰੀਐਂਟ ਕਿਸ ਤਰ੍ਹਾਂ ਜ਼ਿਆਦਾ ਵੱਧ ਰਿਹਾ? ਸੋ ਇਸ ਤੋਂ ਜੇ ਜ਼ਿਆਦਾ ਵੱਧਦਾ ਤਾਂ ਪਾਬੰਦੀਆਂ ਦੁਬਾਰਾ ਲੱਗ ਸਕਦੀਆਂ? ਦੇਖੋ ਬੜਾ ਮੁਸ਼ਕਿਲ ਜਿਹਾ ਇਹਦਾ ਆਨਸਰ ਕਰਨਾ, ਕਿਉਂਕਿ ਇਹ ਸਾਰੀਆਂ ਅਨਪ੍ਰੈਡਿਕਟੇਬਲ ਗੱਲਾਂ ਨੇ। ਕਿਸੇ ਜਗ੍ਹਾ ਦੇ ਵਿੱਚ 200-400 ਕੇਸ ਵੱਧਦੇ ਨੇ, 1000 ਕੇਸ ਵੱਧਦਾ, ਉੱਥੇ ਕੰਮ ਸ਼ੁਰੂ ਹੋ ਜਾਂਦਾ, ਫਿਰ ਉਸ ਤੋਂ ਉੱਥੇ ਰੋਕਦੇ ਨੇ, ਫਿਰ ਦੂਜੀ ਜਗ੍ਹਾ 'ਤੇ ਵੱਧ ਜਾਂਦਾ। ਇਹ ਬੈਸਟ ਤਰੀਕਾ ਵੀ ਜਿਹੜਾ ਮੇਨ ਫੋਕਸ ਹੈ ਇਸ ਟਾਈਮ ਦੇ ਵਿੱਚ ਵੈਕਸੀਨੇਸ਼ਨ 'ਤੇ, ਜਿੰਨੇ ਵੀ ਲੋਕ ਵੈਕਸੀਨੇਸ਼ਨ ਲਵਾਉਣਗੇ ਉਹਨਾਂ ਨੂੰ ਉਹਨੇ ਫਾਇਦਾ। ਇਹ ਜਿਹੜੇ ਵੇਰੀਐਂਟ ਨੇ ਇਹਨਾਂ ਦੇ ਵੀ ਇਹ ਤਾਂ ਹੈ ਨਹੀਂ ਵੀ 100% ਨਵੀਂ ਹੈਗੀ ਇਨਫੈਕਸ਼ਨ। ਜੇ ਵੇਰੀਐਂਟ ਦੈਟ ਮੀਨਸ ਵੀ ਥੋੜ੍ਹਾ ਬਹੁਤਾ ਉਹਦੀ ਬਣਤਰ ਮੇਨ ਵਾਇਰਸ ਨਾਲ ਮਿਲਦੀ ਹੈ। ਜੇ ਮੇਨ ਵਾਇਰਸ ਨਾਲ ਉਹਦੀ ਬਣਤਰ ਮਿਲਦੀ ਹੈ ਦੈਟ ਮੀਨਸ ਕਿ ਜਿਹੜੀ ਵੈਕਸੀਨੇਸ਼ਨ ਉਹ
ਕੁਛ ਹੱਦ ਤੱਕ ਇਫੈਕਟਿਵਨੈਸ ਹੋਏਗੀ, ਕੋਈ 70 ਕੋਈ 80% ਕਹਿ ਰਹੇ ਨੇ। ਜੀ। ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਸਾਰਿਆਂ ਨੇ ਕਿਹਾ ਜੀ 90%, ਫਿਰ 70%, ਫਿਰ 80%, ਫਿਰ 60%। ਸੋ ਤੁਸੀਂ ਐਵਰੇਜ ਕੱਢ ਲਓ ਕਿ ਓਵਰਆਲ ਨੰਬਰਸ ਦੀ ਜਿਹੜੀ ਇਫੈਕਟਿਵਨੈਸ ਹੈ ਉਹ ਨੰਬਰ ਤੇ ਸ਼ੋ ਕਰਦੀ ਹੈ ਕਿ ਆਪਣੇ ਕੇਸ ਘਟ ਗਏ ਨੇ, ਦੈਟ ਮੀਨਸ ਵੀ ਠੀਕ ਕੰਮ ਹੋ ਰਿਹਾ। ਸੋ ਜਿਹੜਾ ਵੇਰੀਐਂਟ ਬਾਰੇ ਵੀ ਉਹ ਸਾਰਿਆਂ ਨੂੰ ਵਾਚ ਕਰਨਾ ਪੈਣਾ। ਪਰ ਇਹਦੇ ਨਾਲ ਨਾਲ ਜਿਹੜੀ ਗੱਲ ਹੈ ਨਾ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਜਿਹੜੀਆਂ ਗੈਦਰਿੰਗਸ ਨੇ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਵੀ ਗੈਦਰਿੰਗ ਜਿਹੜੀਆਂ ਨੇ ਵੱਧਦੀਆਂ ਪਈਆਂ ਨੇ, ਉਹਦੇ ਵਿੱਚੋਂ ਕੋਈ ਕੁਐਸਚਨ ਨਹੀਂ, ਲੋਕੀ ਰੂਲਸ ਫਾਲੋ ਕਰਦੇ ਪਏ ਨੇ, ਗੈਦਰਿੰਗ ਹੋ ਰਹੀਆਂ ਨੇ, ਅਸੀਂ ਵੀ ਸਾਰੇ ਪਾਰਟਿਸਿਪੇਟ ਕਰਨੇ ਪਏ ਹਾਂ ਗੈਦਰਿੰਗਸ ਦੇ ਵਿੱਚ। ਪਰ ਜਸਟ ਰਿਮੈਂਬਰ ਵੀ ਜਿੱਥੇ ਤੁਹਾਨੂੰ ਸ਼ੱਕ ਪੈਂਦਾ, ਫਾਰ ਐਗਜ਼ਾਮਪਲ ਯੂ ਗੋ ਟੂ ਅ ਪਲੇਸ ਜਿਹਦੇ ਤੁਹਾਨੂੰ ਜਾਣਦੇ ਨਹੀਂ, ਤੁਹਾਨੂੰ ਪਤਾ ਨਹੀਂ ਵੀ ਇਹਨਾਂ ਵੈਕਸੀਨੇਸ਼ਨ ਕਰਾਇਆ ਨਹੀਂ ਕਰਾਇਆ, ਉੱਥੇ ਤੁਹਾਨੂੰ ਵਾਚ ਕਰਨਾ ਪੈਣਾ। ਉੱਥੇ ਹੋ ਸਕਦਾ ਵੀ ਤੁਸੀਂ ਮਾਸਕ ਲਾ ਲਓ ਆਪਣੀ ਪ੍ਰੋਟੈਕਸ਼ਨ ਵਾਸਤੇ, ਪਰ ਜਿੱਥੇ ਤੁਹਾਨੂੰ ਪਤਾ ਵੀ ਤੁਹਾਡਾ ਹੋਸਟ ਹੈ ਉਹਨੇ ਆਲਰੇਡੀ ਵੈਕਸੀਨੇਸ਼ਨ ਕਰਾਈ ਹੈ, ਉਹਦੇ ਜਿਹੜੇ ਗੈਸਟ ਨੇ ਮੋਸਟ ਆਫ ਉਹ ਸਾਰਿਆਂ ਦੀ ਵੈਕਸੀਨੇਸ਼ਨ ਆਈ ਹੈ, ਜੋ ਵੀ ਤੁਹਾਨੂੰ ਪ੍ਰੋਕਸੀਮਿਟੀ ਤੁਹਾਨੂੰ ਡਿਸਟੈਂਸ ਮੇਨਟੇਨ ਕਰਨਾ ਪੈਣਾ ਉਹ ਕਰੋ, ਜੋ ਨਾਰਮਲ ਪ੍ਰੀਕਾਸ਼ਨਸ ਨੇ ਕਰਨੀਆਂ ਪੈਣੀਆਂ। ਐਟ ਦਿਸ ਸਟੇਜ ਕੋਈ ਨਹੀਂ ਕਹਿ ਰਿਹਾ ਵੀ ਤੁਸੀਂ ਸਾਰਾ ਕੁਝ ਹੀ ਬੰਦ ਕਰ ਦਿਓ, ਪਰ ਡੈਫੀਨੇਟਲੀ ਰਿਲੈਕਸੇਸ਼ਨ ਹੋ ਰਹੀ ਹੈ, ਆਵਾਜਾਈ ਵੱਧਦੀ ਪਈ ਹੈ, ਲੋਕਾਂ ਦੇ ਵਿੱਚ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਇੱਕ ਕਿਸਮ ਦਾ ਬਿਲਕੁਲ ਹੀ ਦਬਾਅ ਪਿਆ ਸੀ ਉਹਦਾ ਫਰਕ ਵੀ ਪੈ ਰਿਹਾ। ਕਈ ਘਟਨਾਵਾਂ ਮੈਂ ਦੇਖੀਆਂ ਨੇ ਮੇਰੀ ਪ੍ਰੈਕਟਿਸ ਵਿੱਚ ਜਾਂ ਮੇਰੇ ਕਲਾਇੰਟਸ ਨਾਲ ਜਾਂ ਜਿਨ੍ਹਾਂ ਲੋਕਾਂ ਨੂੰ ਮੈਂ ਜਾਣਨਾ, ਕਿੰਨੇ ਮੁਸ਼ਕਲ ਦੇ ਨਾਲ ਕਈਆਂ ਦੇ ਵਿੱਚ ਇਹ ਬਹੁਤ ਹੀ ਇਹਦਾ ਅੰਤ ਮਾੜਾ ਹੋਇਆ ਕਿ ਜਿਹੜੀਆਂ ਨਾ ਇਸ ਚੀਜ਼ ਨੂੰ ਮੇਨਟੇਨ ਨਹੀਂ ਕੀਤਾ ਗਿਆ। ਇਹਦਾ ਕੋਵਿਡ-19 ਦਾ ਕਿੰਨਾ ਸਟ੍ਰੈਸ ਪਿਆ, ਕਈ ਤਰ੍ਹਾਂ ਦੇ ਪ੍ਰੋਟੋਕਾਲ ਬਦਲਨੇ, ਉਹਦੇ ਵਿੱਚੋਂ ਕਈ ਅਣਹੋਣੀਆਂ ਗੱਲਾਂ ਹੋ ਗਈਆਂ ਨੇ। ਉਹ ਸਾਰੀਆਂ ਗੱਲਾਂ ਨੂੰ ਵਾਚ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਹਰ ਟਾਈਮ ਤੇ ਹਰ ਵਕਤ ਤੇ ਇਹਦੇ ਵਿਚਾਰ ਕਰਨਾ ਪੈਣਾ, ਕਿਉਂਕਿ ਸਵਾਲ ਬੜੇ ਨੇ ਵੀ ਕਿਉਂ ਹੋਇਆ, ਕਿੱਥੇ ਆਪਾਂ ਖੜੇ ਹਾਂ, ਅੱਗੇ ਕਿੱਥੇ ਜਾਣਾ। ਸੋ ਜਿਹੜੀ ਦੀ ਪ੍ਰੈਪਰੇਸ਼ਨ ਹੈ ਗਵਰਨਮੈਂਟ ਆਫ ਕੈਨੇਡਾ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਇਹਦੀ ਪ੍ਰੈਪਰੇਸ਼ਨ ਤੁਹਾਨੂੰ ਇਹਨਾਂ ਨੂੰ ਬਦਲਣੀ ਪੈਣੀ ਹੈ, ਫॉर ਲੌਂਗ ਟਰਮ ਵਾਸਤੇ ਸੋਚਣਾ ਪੈਣਾ। ਵੈਕਸੀਨੇਸ਼ਨ ਦੀ ਪ੍ਰੋਡਕਸ਼ਨ ਕੈਨੇਡਾ ਵਿੱਚ ਕਰਨੀ ਚਾਹੀਦੀ ਹੈ, ਐਂਡ ਵਾਈ ਨਾਟ, ਕਿਉਂਕਿ ਐਡਾ ਵੱਡਾ ਕੰਟਰੀ ਹੈ, ਐਡਾ ਪਾਵਰਫੁਲ ਕੰਟਰੀ ਹੈ, G7 ਦੇ ਵਿੱਚੋਂ ਚੰਗੇ ਕੰਮ ਕਰਦੇ ਪਏ ਨੇ। ਸੋ ਅਸੀਂ ਉਹ ਇਹਨਾਂ ਵੇਖ ਵੀ ਲਿਆ ਵੀ ਹੁਣ ਪ੍ਰੋਬਲਮ ਆ ਗਈ ਸੀ, ਵੈਕਸੀਨੇਸ਼ਨ ਦੀ ਜਿਹੜੇ ਇਹਨਾਂ ਪ੍ਰੋਡਕਸ਼ਨ ਚਾਹੀਦੀ ਹੈ, ਬਾਕੀ ਜਿਹੜੇ ਰੂਲਸ ਨੇ ਆਪਣੇ ਉਹ ਫਾਲੋ ਕਰਨੇ ਚਾਹੀਦੇ ਨੇ ਤੇ ਇੱਕੋ ਲਾਈਨ ਜਿਹੜੀ ਹੈ ਨਾ। ਸੋ ਓਵਰਆਲ ਜਿਹੜਾ ਨਾ ਇਹ ਚੰਗਾ ਕੰਮ ਹੈ। ਮੈਂ ਸਮਝਦਾ ਕਿ 18-19 ਮਹੀਨਿਆਂ ਦੇ ਵਿੱਚ ਸਾਰਿਆਂ ਨੂੰ ਥੋੜ੍ਹੀ ਅਕਲ ਆਈ ਹੈ, ਥੋੜ੍ਹਾ ਜਿਹਾ ਜਿਨ੍ਹਾਂ ਨਾਲ ਦਿਮਾਗ ਇੱਧਰ ਉੱਧਰ ਫਿਰਦਾ ਸੀ ਵੀ ਅਸੀਂ ਸਭ ਤੋਂ ਪਤਾ ਨਹੀਂ ਇਹ ਕੀ ਚੀਜ਼ਾਂ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਨੇ ਉਹ ਵੀ ਠੰਡੇ ਬਹਿ ਗਏ ਨੇ। ਤੇ ਜਿਹੜੀਆਂ ਨਾ ਓਵਰਆਲ ਜਿਹੜੀਆਂ ਨਾ ਐਜ਼ ਏ ਕਮਿਊਨਿਟੀ ਆਪਾਂ ਕਈ ਗੱਲਾਂ ਠੀਕ ਕੀਤੀਆਂ ਨੇ। ਇਹਦੇ ਵਿੱਚੋਂ ਸੈਨੀਟੇਸ਼ਨ ਦਾ ਬੜਾ ਫਾਇਦਾ ਹੋਇਆ, ਲੋਕਾਂ ਨੂੰ ਪਰਸਨਲ ਹਾਈਜੀਨ ਦੇ ਵਿੱਚ ਪਤਾ ਲੱਗ ਗਿਆ, ਹੋਰ ਅਵੇਅਰਨੈਸ ਹੋ ਗਈ, ਟਰੈਵਲ ਬਾਰੇ ਪਤਾ ਲੱਗ ਗਿਆ, ਫालतू ਖਰਚਿਆਂ ਤੋਂ ਬਚਾਅ ਦਾ ਪਤਾ ਲੱਗ ਗਿਆ, ਡਰਿੰਕਿੰਗ ਬਾਰੇ ਪਤਾ ਲੱਗ ਗਿਆ, ਮਾਨਸਿਕ ਰੋਗਾਂ ਬਾਰੇ ਪਤਾ ਲੱਗ ਗਿਆ। ਫੈਮਿਲੀ ਨੇ ਜਿਨ੍ਹਾਂ ਨੇ ਕਦੀ 2 ਘੰਟੇ ਨਹੀਂ ਸੀ ਇਕੱਠੇ ਗੁਜ਼ਾਰੇ, ਉਹਨਾਂ ਨੂੰ 8-8 ਘੰਟੇ ਇਕੱਠੇ ਗੁਜ਼ਾਰਨੇ ਪਏ, ਉਹਨਾਂ ਨੂੰ ਐਡਜਸਟ ਕਰਨਾ ਪਿਆ। ਸੋ ਜਿਹੜੀ ਰੀਕੈਲੀਬ੍ਰੇਸ਼ਨ ਹੈ ਸੋਸਾਇਟੀ ਦੀ, ਇਹ ਬੜੀ ਵੱਡੀ ਹੋਈ ਹੈ, ਬੜੀ ਵੱਡੀ ਸ਼ਿਫਟ ਹੈ। ਇਹਨੂੰ ਸਮਝਣ ਵਾਸਤੇ ਜਿਹੜੀ ਤੁਹਾਡੀ ਜਨਰੇਸ਼ਨ ਹੈ ਜਾਂ ਉਹਨਾਂ ਵਾਸਤੇ ਜਿਹੜਾ ਨਾ ਬੜਾ ਇੰਪੋਰਟੈਂਟ ਪਾਰਟ ਹੈ। ਜਿਹੜੀ ਸਾਡੀ ਜਨਰੇਸ਼ਨ ਦੇ ਲੋਕ ਨੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਆਲਰੇਡੀ ਐਡਜਸਟਮੈਂਟ ਕਰ ਲੈਂਦੇ ਨੇ, ਪਰ ਨਿਊ ਜਨਰੇਸ਼ਨ ਵਾਸਤੇ ਇਹਨੂੰ ਐਡਜਸਟਮੈਂਟ ਕਰਨਾ ਬਹੁਤ ਇੰਪੋਰਟੈਂਟ ਹੈ। ਗੈਦਰਿੰਗ ਵਾਸਤੇ, ਇਮਿਊਨਿਟੀ ਵਾਸਤੇ, ਆਪਣੀ ਸਿਹਤ ਵਾਸਤੇ, ਫਿਜ਼ੀਕਲ ਐਂਡ ਮੈਂਟਲ ਵੈਲਬੀਇੰਗ ਵਾਸਤੇ ਬੜਾ ਕੀ ਪਾਰਟ ਹੈ ਚਾਹੀਦਾ। ਐਜ਼ ਏ ਕਮਿਊਨਿਟੀ ਜਿਹੜੀ ਅਵੇਅਰਨੈਸ ਬੜੀ ਇੰਪੋਰਟੈਂਟ ਹੈ, ਲੋਕਾਂ ਦਾ ਨੌਲੇਜ ਜਿਹੜਾ ਬੜਾ ਇੰਪੋਰਟੈਂਟ ਹੈ, ਇੱਕ ਦੂਜੇ ਨੂੰ ਸਪੋਰਟ ਕਰਨੀ। ਸੋ ਆਈ ਥਿੰਕ ਵੀ ਆਰ ਔਨ ਦ ਰਾਈਟ ਟਰੈਕ। ਬਿਲਕੁਲ ਡਾਕਟਰ ਜੀ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਪ੍ਰੀਕਾਸ਼ਨਸ ਜਿਹੜੀਆਂ ਨੇ ਉਹ ਵਰਤਣੀਆਂ ਜ਼ਰੂਰੀ ਹੈਗੀਆਂ ਨੇ। ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਵੈਕਸੀਨੇਸ਼ਨ ਨਹੀਂ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਇੱਥੇ ਕੋਵਿਡ ਹੋ ਸਕਦਾ, ਤਾਂ ਸਾਨੂੰ ਪ੍ਰੀਕਾਸ਼ਨਸ ਲੈ ਲੈਣੀਆਂ ਚਾਹੀਦੀਆਂ। ਤੇ ਮੈਨੂੰ ਲੱਗਦਾ ਕਿ ਹੁਣ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇਨਫ ਅਸੀਂ ਯੂਜ਼ ਟੂ ਹੋ ਗਏ ਹਾਂ, ਸਾਨੂੰ ਆਦਤ ਪੈ ਗਈ ਹੈ, ਮਾਸਕ ਦੀ ਆਦਤ ਪੈ ਗਈ ਹੈ। ਹੁਣ ਕਈ ਵਾਰ ਸਟੋਰ ਜਾਣਾ ਹੁੰਦਾ, ਜਿੱਥੇ ਨਹੀਂ ਵੀ ਹੁੰਦਾ ਵੀ ਹੁਣ ਤੁਸੀਂ ਮਾਸਕ ਤੋਂ ਬਿਨਾਂ ਵੀ ਜਾ ਸਕਦੇ ਆ, ਉੱਥੇ ਵੀ ਲੋਕ ਕਈ ਮਾਸਕ ਪਾ ਕੇ ਘੁੰਮਦੇ ਨਜ਼ਰ ਆਉਂਦੇ ਆ ਕਿ ਉਹਨਾਂ ਨੂੰ ਆਦਤ ਹੋ ਗਈ ਹੈ ਕਿ ਸਟੋਰ ਜਾਣਾ ਤਾਂ ਮਾਸਕ ਹੱਥ ਦੇ ਵਿੱਚ ਹੋਣਾ ਚਾਹੀਦਾ। ਸੋ ਇਦਾਂ ਦੀਆਂ ਚੀਜ਼ਾਂ ਸਾਨੂੰ ਬਚਾ ਕਰ ਸਕਦੀਆਂ, ਸਾਡਾ ਬਚਾ ਕਰ ਸਕਦੀਆਂ। ਤੇ ਤੁਸੀਂ ਸਾਨੂੰ ਫਿਰ ਤੋਂ ਇਨਫੋਰਮੇਸ਼ਨ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਮੈਂ ਸਮਝਦਾ ਵੀ ਜਿਹੜੀ ਇਹਨਾਂ ਕਮਿਊਨਿਟੀ ਦਾ ਹੈਲਥ ਕੇਅਰ ਦੇ ਵਿੱਚ ਉਹਨਾਂ ਦੀ ਗਰੋਥ ਹੋਈ, ਬੜੀ ਜਿਹੜੀ ਗਰੋਥ ਤਾਂ ਹੋਈ ਹੈ ਬਿਕਾਜ਼ ਇੱਕ ਦੂਜੇ ਨੂੰ ਸਵਾਲ ਕੀਤਾ, ਇੱਕ ਦੂਜੇ ਨੂੰ ਸੁਣਿਆ, ਇੱਕ ਦੂਜੇ ਨੂੰ ਸਮਝਿਆ, ਜਿਹੜੀ ਇਨਫੋਰਮੇਸ਼ਨ ਆਉਂਦੀ ਸੀ ਉਹਨੂੰ ਡਾਈਜੈਸਟ ਕੀਤਾ, ਮਿਸ ਇਨਫੋਰਮੇਸ਼ਨ ਘੱਟ ਫੈਲਾਈ ਹੈ। ਸੋ ਆਈ ਥਿੰਕ ਵੀ ਹੈਵ ਡਨ ਅ ਗੁੱਡ ਜੌਬ ਐਜ਼ ਏ ਕਮਿਊਨਿਟੀ। ਜੀ, ਥੈਂਕ ਯੂ ਸੋ ਮਚ। ਓਕੇ।
ਸੋ ਡਾਕਟਰ ਚੀਮਨ ਦੇ ਨਾਲ ਅੱਜ ਗੱਲ ਹੋਈ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਅਸੀਂ ਕਿੱਥੇ ਖੜੇ ਹਾਂ। ਸੋ ਜਦੋਂ ਤੁਸੀਂ ਕੈਨੇਡਾ ਦੀ ਗੱਲ ਆਉਂਦੀ ਹੈ ਤੇ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਹੋ ਰਹੀ ਹੈ, ਤੁਸੀਂ ਵੈਕਸੀਨੇਸ਼ਨ ਨਹੀਂ ਲਗਵਾਈ ਤਾਂ ਵੈਕਸੀਨ ਜ਼ਰੂਰ ਲਗਵਾਓ। ਪਰ ਮੋਸਟਲੀ ਬਹੁਤ ਸਾਰੇ ਲੋਕਾਂ ਨੇ ਜਿਹੜੀ ਹੈ ਵੈਕਸੀਨ ਲਗਵਾ ਲਈ ਹੈ ਤੇ ਦੂਜੀ ਡੋਜ਼ ਦੀ ਤਿਆਰੀ ਕਰ ਰਹੇ ਨੇ, ਜਾਂ ਉਹਨਾਂ ਨੇ ਆਪਣੀ ਆਲਰੇਡੀ ਬੁਕਿੰਗ ਕਰਵਾ ਦਿੱਤੀ ਹੈ। ਸੋ ਬੂਸਟਰ ਡੋਜ਼ ਦੀ ਕੀ ਗੱਲ ਹੁੰਦੀ ਹੈ, ਲਗਵਾਉਣੀ ਪੈਣੀ ਹੈ ਨਹੀਂ ਲਗਵਾਉਣੀ ਪੈਣੀ, ਅੱਗੇ ਕੀ ਹੁੰਦਾ ਹੈ, ਅੱਗੇ ਕੈਨੇਡਾ ਕਿਹੜੇ ਡਿਸੀਜ਼ਨ ਲੈਂਦਾ, ਤੁਹਾਡੇ ਤੱਕ ਇਸੇ ਤਰ੍ਹਾਂ ਹੀ ਜਾਣਕਾਰੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।